NHM ਦੇ ਪੈਸੇ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਇਸ ਸਭ ਦੇ ਵਿਚਾਲੇ ਇੱਕ ਵਾਰੀ ਫਿਰ ਤੋਂ ਮੁਹੱਲਾ ਕਲੀਨਿਕਸ ਹੋਰ ਵਧਾਉਣ ਜਾ ਰਹੀ ਹੈ ਸਰਕਾਰ ਪੰਜਾਬ ਦੇ ਵਿੱਚ, ਤੇ ਨਾਲ ਹੀ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਯਾਨੀ ਕਿ ਸੈਂਟਰ NHM ਦਾ ਪੈਸਾ ਦਵੇ ਚਾਹੇ ਨਾ, ਪਰ ਸਾਡਾ ਕੰਮ ਇਸੇ ਤਰੀਕੇ ਨਾਲ ਜਾਰੀ ਰਹੇ। ਦੇਖੋ, ਇਹ ਆਮ ਆਦਮੀ ਕਲੀਨਿਕ ਜਮ ਖੋਲਣ ਕਿਸੇ ਨੂੰ ਕਾਹਦਾ ਇਤਰਾਜ਼ ਹੋ ਸਕਦਾ ਹੈ ਜੀ। ਇਹਨਾਂ ਨੇ 6000 ਦਾ ਵਾਅਦਾ ਕੀਤਾ ਸੀਗਾ, 1.5 ਸਾਲ ਸਿਰਫ 600 ਖੋਲ ਪਾਏ ਨੇ। ਇਹਦਾ ਜਵਾਬ ਤੇ ਜਨਤਾ ਨੂੰ ਦੇਣਾ ਪਏਗਾ। ਦੂਸਰੀ ਚੀਜ਼, ਇਹ ਕਹਿੰਦੇ ਨੇ ਸਿਹਤ ਸੁਵਿਧਾਵਾਂ ਅਸੀਂ ਸੁਧਾਰ ਰਹੇ ਹਾਂ। ਗੌਰਵ ਜੀ ਕਬਾਬ ਸਾਹਿਬ ਬੜੇ ਸਿਆਣੇ ਨੇ, ਮੈਨੂੰ ਇੱਕ ਚੀਜ਼ ਦੱਸਣ, ਆਯੁਸ਼ਮਾਨ ਭਾਰਤ ਜੇ 5 ਲੱਖ ਤੱਕ ਬੀਮਾ ਜੇ ਆਪਰੇਸ਼ਨ ਦਾ ਸਾਰਾ ਕੁਝ ਹੁੰਦਾ ਸੀਗਾ, क्या ਉਹਦਾ ਬਦਲ ਆਮ ਆਦਮੀ ਕਲੀਨਿਕ ਦੇ ਸਕਦੀ ਹੈ ਜਿੱਥੇ ਸਿਰਫ MBBS ਡਾਕਟਰ ਬੈਠ ਕੇ ਬੁਖਾਰ ਖਾਂਸੀ ਦੀ ਦਵਾਈਆਂ ਦੇ ਸਕਦਾ, ਜਿੱਥੇ ਹਾਰਟ ਦੇ ਆਪਰੇਸ਼ਨ ਹੋਣੇ, ਨੀਜ਼ ਦੇ ਆਪਰੇਸ਼ਨ ਹੋਣੇ, ਹੋਰ ਆਪਰੇਸ਼ਨਸ ਹੋਣੇ, ਡਿਲੀਵਰੀਜ਼ ਹੋਣਾ, ਉਹ ਹੋਣਾ, ਔਰ ਮੁਫਤ ਇੱਕ ਇਲਾਜ ਸੀਗਾ 5 ਲੱਖ ਤੱਕ ਦਾ ਹਰ ਇੱਕ ਪਰਿਵਾਰ ਵਿਅਕਤੀ ਵਾਸਤੇ, ਤੇ ਉਹ ਸਕੀਮ ਨੂੰ ਇਹਨਾਂ ਨੇ ਬੰਦ ਕੀਤਾ ਹੋਇਆ। ਦੂਸਰੀ ਚੀਜ਼, ਇਹਨਾਂ ਨੇ ਕਿਹਾ NHM ਦੇ ਪੈਸੇ, ਠੀਕ ਹੈ, ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਇਹਨਾਂ ਨੂੰ 478 ਕਰੋੜ ਰੁਪਇਆ ਜਿਹੜਾ ਭੇਜਿਆ ਗਿਆ ਸੀਗਾ, ਔਰ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪੈਸਾ ਭੇਜਿਆ ਗਿਆ ਉਹਦੇ ਵਾਸਤੇ ਬਕਾਇਦਾ ਇੱਕ MOU ਸਾਈਨ ਹੋਇਆ ਗਵਰਨਮੈਂਟ ਦਾ। ਉਹਦੇ ਵਿੱਚ MOU ਦੇ ਵਿੱਚ ਪ੍ਰਿਸਕ੍ਰਾਈਬ ਹੈਗਾ ਕਿ ਇਹ ਪੈਸਾ ਕਿਸ ਪਰਪਸ ਲਈ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਹੈ। ਉਹਦੇ ਵਿੱਚ ਜਿਹੜੀ ਆਲਰੇਡੀ ਡਿਸਪੈਂਸਰੀਜ਼ ਹੈਗੀਆਂ ਨੇ ਉਹਨੂੰ ਅਪਗ੍ਰੇਡ ਕਰਨਾ, ਉਹਨਾਂ ਦੇ ਵਿੱਚ ਐਕਸਰੇ ਮਸ਼ੀਨਾਂ ਲਿਆਉਣੀਆਂ, ECG ਮਸ਼ੀਨਾਂ ਲਿਆਉਣੀਆਂ, ਹੋਰ ਟੈਸਟਿੰਗ ਮਸ਼ੀਨਸ ਲਿਆਉਣੀਆਂ, ਹੋਰ ਕਈ ਤਰ੍ਹਾਂ ਦੇ ਉਹਦੇ 'ਚ ਪ੍ਰੋਜੈਕਟਸ ਹੈਗੇ ਨੇ, ਲਗਭਗ 70-80 ਪ੍ਰੋਜੈਕਟਸ ਹੈਗੇ ਨੇ ਜਿਹੜੇ ਉਹਦੇ 'ਚ ਕਵਰ ਕਰਨ ਦਾ ਇਹਨਾਂ ਦਾ MOU ਸਾਈਨ ਪੰਜਾਬ ਸਰਕਾਰ ਦਾ ਔਰ ਕੇਂਦਰ ਸਰਕਾਰ ਦਾ ਹੋਇਆ। ਜਦੋਂ ਇਹਨਾਂ ਨੂੰ 478 ਕਰੋੜ ਰੁਪਏ ਭੇਜਿਆ ਗਿਆ, ਇਹਨਾਂ ਨੇ ਉਸ ਪੈਸੇ ਦਾ ਜਿਸ ਪਰਪਸ ਲਈ MOU ਸਾਈਨ ਹੋਇਆ ਸੀਗਾ ਉਹਦੇ ਵਾਸਤੇ ਇੱਕ ਚਵਾਨੀ ਨਹੀਂ ਖਰਚੀ, ਤੇ ਜਦੋਂ ਤੁਸੀਂ ਪਿਛਲੇ ਪੈਸੇ ਦੀ ਦੁਰਵਰਤੋਂ ਕਰੋਗੇ ਜਾਂ ਉਹਨੂੰ ਡਿਵਰਟ ਕਰੋਗੇ ਤੇ ਫਿਰ ਅਗਲੀ ਕਿਸ਼ਤ ਤਾਂ ਨਹੀਂ ਆ ਸਕਦੀ। ਫਿਰ ਆਪਾਂ ਕਿਵੇਂ ਬਲੇਮ ਕਰ ਸਕਦੇ ਹਾਂ ਜੀ ਕਿ ਸਾਡਾ ਪੈਸਾ ਰੋਕਤਾ? ਪੈਸਾ ਬਿਲਕੁਲ ਨਹੀਂ ਰੋਕਿਆ। ਇਹ ਅੱਜ ਉਸ ਪੈਸੇ ਨੂੰ ਸਹੀ ਇਸਤੇਮਾਲ ਕਰਨ ਜਿਹੜਾ ਜਿਸ ਪਰਪਸ ਲਈ ਪੈਸਾ ਆਇਆ ਹੈ, ਲੋਕਾਂ ਦੇ ਜੀਵਨ ਪੱਧਰ ਨੂੰ, ਸਿਹਤ ਸੁਵਿਧਾਵਾਂ ਨੂੰ, ਪਿੰਡਾਂ ਤੱਕ ਡਿਸਪੈਂਸਰੀਆਂ ਨੂੰ ਚੱਕਣ ਵਾਸਤੇ ਆਇਆ, ਉੱਥੇ ਯੂਜ਼ ਕਰਨ, ਪੈਸਾ ਸਵੇਰੇ ਹੋਰ ਆ ਜਾਊਗਾ। ਠੀਕ ਹੈ। ਲੇਕਿਨ ਜੇ ਇਹ ਕਹਿਣ ਕਿ ਅਸੀਂ ਆਪਣੇ ਪਰਪਸ ਲਈ ਯੂਜ਼ ਕਰਨਾ ਔਰ ਜੋ MOU ਸਾਈਨ ਹੋਇਆ ਉਹਦੇ ਵਾਸਤੇ ਨਹੀਂ ਕਰਨਾ। ਠੀਕ ਹੈ, ਚਲੋ ਆਪਾਂ ਜਵਾਬ ਲੈ ਲੈਣੇ ਆ ਸਰ। ਦਰਅਸਲ ਸਾਡਾ ਵੀ ਮਕਸਦ ਇਹ ਹੈ ਕਿ ਲੋਕਾਂ ਤੱਕ ਗੱਲ ਕਲੀਅਰ ਪਹੁੰਚੇ ਕਿ NHM ਦਾ ਪੈਸਾ ਹੁਣ ਮੁਹੱਲਾ ਕਲੀਨਿਕਸ ਦੇ ਉੱਤੇ ਲੱਗ ਰਿਹਾ ਹੈ ਜਾਂ ਕੀ ਹੋ ਰਿਹਾ ਹੈ, ਜੋ BJP ਇਲਜ਼ਾਮ ਲਗਾਉਂਦੀ ਹੈ। ਅਹਿਬਾਬ ਗਰੇਵਾਲ ਜੀ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਥੋੜਾ ਜਿਹਾ ਕਲੀਅਰ ਕਰਿਓ ਇਸ ਪੂਰੇ ਮਸਲੇ ਦੇ ਉੱਤੇ। ਇੱਕ ਪਾਸੇ ਤੁਸੀਂ ਮੁਹੱਲਾ ਕਲੀਨਿਕ ਖੋਲ ਰਹੇ ਹੋ, ਆਮ ਆਦਮੀ ਕਲੀਨਿਕ BJP ਵੈਲਕਮ ਕਰ ਰਹੀ ਹੈ, ਪਰ ਦੂਜੇ ਪਾਸੇ BJP ਸਵਾਲ ਵੀ ਚੁੱਕ ਰਹੀ ਹੈ ਕਿ ਤੁਸੀਂ ਬਹੁਤ ਵੱਡੇ ਇੱਕ ਅੰਕੜੇ ਦਾ ਵਾਅਦਾ ਕੀਤਾ ਸੀ, ਉਸ ਵਾਲੇ ਪਾਸੇ ਤੁਸੀਂ ਨਹੀਂ ਵੱਧ ਰਹੇ, ਤੇ ਦੂਜੇ ਪਾਸੇ NHM ਦਾ ਜਿਹੜਾ MOU ਹੈ ਉਸ ਦੇ ਉੱਤੇ ਤੁਸੀਂ ਨਹੀਂ ਸਟੈਂਡ ਕਰ ਰਹੇ, ਗੌਰ ਨਹੀਂ ਕਰ ਰਹੇ ਉਸ ਵਾਲੇ ਪਾਸੇ। ਗੌਰਵ ਜੀ, NHM ਦਾ MOU ਜਾਂ ਤਾਂ ਅਕਾਲੀ ਭਾਜਪਾ ਵੇਲੇ ਹੋਇਆ ਹੋਣਾ ਜਦੋਂ ਇਕੱਠੇ ਹੁੰਦੇ ਸੀ, ਜਾਂ ਕਾਂਗਰਸ ਵੇਲੇ ਹੋਇਆ ਹੋਣਾ, ਬਿਲਕੁਲ ਹੋਇਆ ਹੋਣਾ, ਕੋਈ ਗੱਲ। ਉਹਦੇ 'ਚ ਕੀ ਹੋਇਆ ਕਿ ਪ੍ਰਾਇਮਰੀ ਹੈਲਥ ਦਊਂਗੇ। ਮਹੱਲਾ ਕਲੀਨਿਕ ਕੀ ਹੈ ਜੀ? ਪ੍ਰਾਇਮਰੀ ਹੈਲਥ ਕਲੀਨਿਕ ਹੈ। ਚਲੋ, ਆਯੁਸ਼ਮਾਨ ਕਾਰਡ ਕਹਿੰਦੇ ਨੇ ਸਰ, ਆਯੁਸ਼ਮਾਨ ਕਾਰਡ ਬਿਲਕੁਲ ਜਮ ਚੱਲਣ ਸਾਰੇ ਹਿੰਦੁਸਤਾਨ 'ਚ। ਮਲਟੀ ਸਪੈਸ਼ਲਿਟੀ ਹਸਪੀਟਲ, ਕੈਂਸਰ ਦੇ, ਹਾਰਟ ਦੇ, ਗਾਇਨੋਕੋਲੋਜੀ ਦੇ ਸਾਰੇ ਹਿੰਦੁਸਤਾਨ 'ਚ ਖੁੱਲ ਗਏ, ਪੰਜਾਬ 'ਚ ਵੀ ਖੁੱਲ ਗਏ। ਅਸੀਂ ਤਾਂ ਹਾਲੇ 1.5 ਸਾਲ ਪਹਿਲਾਂ ਆਏ, ਦੁਪਹਿਰਾਂ ਤਾਂ ਮੇਰੀ ਗੱਲ ਸੁਣੋ, ਅੰਮ੍ਰਿਤਕਾਲ ਤਾਂ ਹੁਣ ਮੁੱਕਿਆ, ਅੰਮ੍ਰਿਤਕਾਲ ਤਾਂ ਖਤਮ ਹੁਣ ਹੋਇਆ। ਮਲਟੀ ਸਪੈਸ਼ਲਿਟੀ ਹਸਪੀਟਲ ਕੋਨੇ ਤੋਂ ਕੇਂਦਰ ਸਰਕਾਰ ਨੇ ਖੋਲੇ ਆ। ਗੱਲ ਇਹ ਹੈ ਗੌਰਵ ਜੀ, ਜਿਹੜਾ ਪ੍ਰਾਇਮਰੀ ਹੈਲਥ ਦਾ ਪੈਸਾ ਸੀ ਪਹਿਲੀ ਵਾਰੀ ਪ੍ਰਾਇਮਰੀ ਹੈਲਥ ਤੇ ਲੱਗ ਰਿਹਾ ਸੀ ਜੀ, ਲੱਗ ਰਿਹਾ ਸੀ। ਠੀਕ ਹੈ। ਡਾਕਟਰ ਸਾਹਿਬ ਨੇ ਜੋ ਆંકੜੇ ਦਿੱਤੇ, ਜੇ 44 ਲੱਖ ਬੰਦਾ, 44 ਲੱਖ ਲੋਕ ਪੰਜਾਬੀ ਇਲਾਜ ਕਰਾ ਗਏ ਸਰ ਜੀ, ਇਟ ਇਜ਼ ਅਬਾਊਟ ਆਲਮੋਸਟ 8% ਆਫ ਦਾ ਪੋਪੂਲੇਸ਼ਨ। ਸੋਚ ਕੇ ਦੇਖੋ, ਸੋਚ ਕੇ ਦੇਖੋ, ਸੌਰੀ 15% ਆਫ ਦਾ ਪੋਪੂਲੇਸ਼ਨ, 12 ਤੋਂ 15% ਪੋਪੂਲੇਸ਼ਨ ਕਰਾ ਗਈ। ਤੇ ਜੇ 12 ਤੋਂ 15% ਪੋਪੂਲੇਸ਼ਨ ਇਲਾਜ ਕਰਾ ਗਈ, ਉਹਨਾਂ ਨੂੰ ਦਵਾਈਆਂ ਮਿਲ ਗਈਆਂ, ਤੇ ਅਸੀਂ ਕਿਉਂ ਰੁਕੀਏ? ਠੀਕ ਹੈ, ਨਹੀਂ ਤੁਹਾਡੀ ਗੱਲ ਪੁਆਇੰਟ ਠੀਕ ਹੈ, ਪਰ ਗੱਲ ਇਹ ਹੈ ਕਿ ਸਰੀਨ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਜਿਹੜੀਆਂ ਡਿਸੀਜ਼ਸ ਦਾ ਜ਼ਿਕਰ ਜਾਂ ਵੱਡੀਆਂ ਬਿਮਾਰੀਆਂ ਉੱਥੇ ਤਾਂ ਜਾ ਕੇ ਨਹੀਂ ਹੋਣੀਆਂ, ਮੁਹੱਲਾ ਕਲੀਨਿਕ ਦੇ ਵਿੱਚ ਤੁਸੀਂ ਬੇਸ਼ੱਕ 54 ਜਾਂ 44 ਲੱਖ ਪੇਸ਼ੈਂਟਸ ਦਾ ਦਾਅਵਾ ਕਰ ਰਹੇ ਹੋ। ਨਹੀਂ ਸਰ, ਪੰਜਾਬ 'ਚ ਨਹੀਂ ਹੋਈਆਂ। ਆਯੁਸ਼ਮਾਨ ਕਾਰਡ ਬਣੇ ਹੋਏ ਆ, ਨਾਲ ਰਾਜਪੁਰਾ ਟੱਪਦੇ ਸਾਰ ਅੰਬਾਲੇ 'ਚ ਹੁੰਦੀਆਂ ਨੇ ਜੀ। ਮਲਟੀ ਸਪੈਸ਼ਲਿਟੀ ਹਸਪੀਟਲ ਡਬਲ ਇੰਜਨ ਦੀ ਸਰਕਾਰ 'ਚ ਬਣੇ ਤਾਂ ਹੋਏ, ਪੰਜਾਬ ਦੇ ਬਾਰਡਰ ਦੇ ਨਾਲ ਤੁਸੀਂ ਦੇਖੋ ਸਾਰੇ ਪਾਸੇ ਮਲਟੀ ਸਪੈਸ਼ਲਿਟੀ ਹਸਪੀਟਲ ਵੀ ਬਣੇ ਹੋਏ, UP 'ਚ ਵੀ, ਰਾਜਸਥਾਨ 'ਚ ਵੀ, ਹਿਮਾਚਲ 'ਚ ਵੀ। ਇਹ ਤੁਸੀਂ ਤੰਜ ਕਰ ਰਹੇ ਹੋ, ਬਣਾਏ ਪੰਜਾਬੀ ਉੱਥੇ ਕਰਾ ਲੈਣਗੇ। ਇਹ ਤੁਸੀਂ ਤੰਜ ਕਰ ਰਹੇ ਹੋ।
ਹਾਂਜੀ ਮੈਂ ਕਿਹਾ ਤੁਸੀਂ ਤੰਜ ਕੱਸ ਰਹੇ ਹੋ ਬੀਜੇਪੀ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੀ। ਹੋਰ ਤੰਜ ਕੀ ਕਸਾਂ ਦਾ ਕੀ ਕਰਾਂ ਹੁਣ, ਕੀ ਕਰਾਂ? ਆંકੜੇ ਸਿੱਟਣ ਲੱਗ ਪੈਂਦੇ ਆ। ਸਾਹਿਬ ਕਹਿੰਦੇ ਤੁਸੀਂ ਖੋਲੇ ਨਹੀਂ ਆਪਣੀ ਸਟੇਟਾਂ ਦੇ ਵਿੱਚ, ਇੱਥੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ, ਤੁਸੀਂ ਤੁਹਾਨੂੰ ਉਹਦੇ ਉੱਪਰ ਕੁਐਸਚਨ ਮਾਰਕ ਹੈ ਜਾਂ ਫਿਰ ਇਤਰਾਜ਼ ਹੈ? ਸਰੀਨ ਸਾਹਿਬ ਆਵਾਜ਼ ਆ ਰਹੀ ਹੈ? ਹਾਂਜੀ ਕਰੋ ਜੀ, ਕੀ ਕਿਹਾ ਮੈਨੂੰ? ਸਰੀਨ ਸਾਹਿਬ ਉਹ ਕਹਿ ਰਹੇ ਨੇ ਕਿ ਦੇਖੋ ਤੁਸੀਂ ਪੰਜਾਬ ਦੇ ਮੁਹੱਲਾ ਕਲੀਨਿਕਸ ਦੇ ਉੱਤੇ ਸਵਾਲ ਚੁੱਕ ਰਹੇ ਹੋ, ਉਹ ਤੰਜ ਭਰੇ ਲਹਿਜ਼ੇ ਦੇ ਵਿੱਚ ਕਹਿ ਰਹੇ ਕਿ ਹਾਂ ਦੇਖੋ ਪੰਜਾਬ ਦੇ ਨਾਲ ਜਿਹੜਾ ਹਰਿਆਣਾ ਦਾ ਬਾਰਡਰ ਹੈ ਉੱਥੇ ਮਲਟੀ ਸਪੈਸ਼ਲਿਟੀ ਹਸਪਤਾਲ ਖੁੱਲੇ ਹੋਏ ਨੇ ਤਾਂ ਪੰਜਾਬ ਦੇ ਲੋਕ ਉੱਥੇ ਜਾ ਕੇ ਇਲਾਜ ਕਰਵਾਉਣਗੇ। ਇਹ ਤੰਜ ਭਰੇ ਅੰਦਾਜ਼, ਕਹਿੰਦੇ ਉੱਧਰ ਤਾਂ ਕੁਝ ਹੋਇਆ ਨਹੀਂ, ਇੱਧਰ ਹੋ ਰਿਹਾ, ਤੁਸੀਂ ਸਵਾਲ ਚੁੱਕ ਰਹੇ ਹੋ। ਦੇਖੋ ਮੈਂ ਬਿਲਕੁਲ ਆਮ ਆਦਮੀ ਕਲੀਨਿਕ ਜਾਂ ਮੁਹੱਲਾ ਕਲੀਨਿਕ ਦਾ ਕੋਈ ਸਵਾਲ ਨਹੀਂ ਚੱਕ ਰਿਹਾ। ਇਹਨਾਂ ਦਾ 24 ਵਾਅਦਾ ਸੀਗਾ, ਇਹਨਾਂ ਨੇ ਪੂਰਾ ਕਰਨਾ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਜੀ। ਸਵਾਲ ਸਿਰਫ ਇਹ ਹੈਗਾ, ਕਿਆ ਆਮ ਆਦਮੀ ਕਲੀਨਿਕ ਜਾਂ ਮੁਹੱਲਾ ਕਲੀਨਿਕ ਦੇ ਵਿੱਚ ਜੀ ਜਿਹੜੇ ਇਲਾਜ ਆਯੁਸ਼ਮਾਨ ਭਾਰਤ ਦੇ ਤਹਿਤ 5 ਲੱਖ ਤੱਕ ਦੇ ਲੋਕਾਂ ਦੇ ਇਲਾਜ ਹੋ ਸਕਦੇ ਨੇ, ਕਿਆ ਇੱਥੇ ਕੈਂਸਰ ਦਾ ਟ੍ਰੀਟਮੈਂਟ MBBS ਡਾਕਟਰ ਦੇ ਸਕਦਾ ਹੈ? ਕਿਆ ਗੋਡੇ ਦਾ ਆਪਰੇਸ਼ਨ MBBS ਦਾ ਡਾਕਟਰ ਦੇ ਸਕਦਾ ਹੈ? ਕਿਆ ਕਿਡਨੀ ਦਾ ਟ੍ਰੀਟਮੈਂਟ MBBS ਡਾਕਟਰ ਦੇ ਸਕਦਾ ਹੈ? ਕਿਆ ਮੈਨੂੰ ਇਹ ਸਾਰੇ ਪ੍ਰਸ਼ਨ ਨੇ ਜਿਹੜੇ ਸੀਰੀਅਸ ਬਿਮਾਰੀਆਂ ਦੇ, ਜਿਹੜੇ ਕਿ 5 ਲੱਖ ਤੱਕ ਦਾ ਲੋਕਾਂ ਨੂੰ ਸੁਵਿਧਾ ਮਿਲਦੀ ਸੀਗੀ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੇ ਧੋਖਾ ਕੀਤਾ, ਉਹਨਾਂ ਨੇ ਖਿਲਵਾੜ ਕੀਤਾ। ਤੁਸੀਂ ਦੋਵੇਂ ਨੂੰ ਦੋਵੇਂ ਗੱਲਾਂ ਨੂੰ ਕਿਵੇਂ ਰਿਲੇਟ ਕਰ ਰਹੇ ਹੋ, ਥੋੜਾ ਸਮਝਾਓ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਯੁਸ਼ਮਾਨ ਹੈਲਥ ਕਾਰਡ ਹੈ ਉਸ ਦਾ ਜ਼ਿਕਰ ਕਰ ਰਹੇ ਹੋ ਕਿ ਉਹ ਵੀ ਮੁਹੱਲਾ ਕਲੀਨਿਕ 'ਚ ਭੇਜਣੇ ਸ਼ੁਰੂ ਕਰ ਦਿੱਤੇ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਦੋਗਲੀ ਨੀਤੀ ਕਰ ਰਹੇ ਨੇ। ਇਹ ਸਿਰਫ ਪਪੂਲਰ ਮੇਜਰ ਦੇ ਤਹਿਤ ਮੁਹੱਲਾ ਕਲੀਨਿਕ ਖੋਲੇ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ 6000 ਖੋਲੇ ਨੇ ਤੇ ਸਿਰਫ 600 ਖੋਲੇ ਨੇ, ਖੋਲਣ 6000, ਕਿਸੇ ਨੂੰ ਕੀ ਇਤਰਾਜ਼ ਹੈਗਾ? ਲੇਕਿਨ ਸਵਾਲ ਇਹ ਹੈ ਕਿ ਕਿਆ ਜਿਹੜੇ ਲੋਕਾਂ ਨੂੰ ਕਿਡਨੀ ਦਾ ਇਲਾਜ ਹੁੰਦਾ ਸੀ, ਕੈਂਸਰ ਦਾ ਇਲਾਜ ਹੁੰਦਾ ਸੀ, ਡਿਲੀਵਰੀਆਂ ਹੁੰਦੀਆਂ ਸੀਗੀਆਂ, ਗੋਡੇ ਦੇ ਆਪਰੇਸ਼ਨ ਹੁੰਦੇ ਸੀਗੇ ਔਰ ਹਾਰਟ ਦੇ ਆਪਰੇਸ਼ਨ ਹੁੰਦੇ ਸੀਗੇ, ਸਟੰਟ ਪੈਂਦੇ ਸੀਗੇ, ਕਿੱਥੇ ਹੋ ਰਹੇ ਸੀ ਸਰ? ਮੈਂ ਉਹੀ ਸਵਾਲ ਪੁੱਛਣਾ, ਮੈਂ ਜਵਾਬ ਲਵਾਂਗਾ, ਕਿੱਥੇ ਹੋ ਰਹੇ ਸੀ? ਮੈਂ ਕਹਿ ਰਿਹਾ ਜੇ ਕੋਈ ਹਾਰਟ ਪੇਸ਼ੈਂਟ ਦਾ ਇਲਾਜ ਹੋ ਰਿਹਾ ਸੀ, ਕਿੱਥੇ ਬੰਦ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕੀਤਾ? ਨਹੀਂ, ਇੱਕ ਸੈਕਿੰਡ, ਆਪਾਂ ਥੋੜਾ ਹੋਰ ਕਲੀਅਰ ਗੱਲ ਕਰੀਏ ਨਾ ਸਰੀਨ ਸਾਹਿਬ। ਇਹ PHC ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੇ ਕਿਡਨੀ ਦਾ, ਹਾਰਟ ਦਾ ਜਾਂ ਕੋਈ ਹੋਰ ਗੰਭੀਰ ਬਿਮਾਰੀ ਦਾ ਇਲਾਜ ਇਹ ਕਿੱਥੇ ਹੋ ਰਿਹਾ ਸੀ? ਇਹ ਤਾਂ ਵੱਡੇ ਹਸਪਤਾਲਾਂ 'ਚ ਪਹਿਲਾਂ ਉੱਥੇ ਹੋ ਰਿਹਾ ਸੀ, ਕੀ ਤੁਹਾਨੂੰ ਲੱਗਦਾ ਕਿ PHC ਸੈਂਟਰ ਦੇ ਵਿੱਚ ਹੋ ਰਿਹਾ ਸੀ? ਉਹਦਾ ਇੱਕ ਮਿੰਟ ਸੁਣੋ ਮੇਰੀ ਗੱਲ ਜੀ, ਤੁਸੀਂ ਫਿਰ ਉਹੀ ਮਿਕਸ ਕਰ ਰਹੇ ਹੋ ਗੌਰਵ ਜੀ, ਜਦ ਮੇਰੀ ਗੱਲ ਨੂੰ ਮੈਂ ਉਹੀ ਕਹਿ ਰਿਹਾ ਕਿ ਸ਼ਾਇਦ ਦਰਸ਼ਕ ਮੇਰੇ ਵਾਂਗ ਸੋਚ ਜਾਂ ਸਮਝ ਰਹੇ ਹੋਣ, ਤੁਸੀਂ ਹੋਰ ਕਲੀਅਰ ਸ਼ਬਦਾਂ ਦੇ ਵਿੱਚ ਥੋੜੀ ਗੱਲ ਕਲੀਅਰ ਕਰੋ। ਇੱਕ ਮਿੰਟ ਸੁਣੋ ਮੇਰੀ ਗੱਲ ਨੂੰ। ਆਮ ਆਦਮੀ ਕਲੀਨਿਕ ਦਾ ਜਿਹੜਾ ਹੈਗਾ ਉੱਥੇ ਬੁਖਾਰ ਔਰ ਉਹਦਾ ਇਲਾਜ ਹੋਏ ਜੀ ਸਕੇ ਕਰਨ, ਸਾਨੂੰ ਕੋਈ ਇਤਰਾਜ਼ ਨਹੀਂਗਾ। ਲੇਕਿਨ ਜਿਹੜਾ ਲੋਕਾਂ ਦਾ ਆਯੁਸ਼ਮਾਨ ਦਾ ਇਹਨਾਂ ਨੇ ਪੈਸੇ ਬੰਦ ਕਰ ਦਿੱਤੇ ਨੇ ਕਾਰਡ, ਉਹਦੀ ਅੱਗੇ ਕੋਈ ਇੰਸ਼ੋਰੈਂਸ ਅੱਗੇ MOU ਨਹੀਂ ਇਹਨਾਂ ਨੇ ਕੀਤਾ ਜੀ, ਕਿਆ ਉਹ ਲੋਕਾਂ ਨਾਲ ਖਿਲਵਾੜ ਨਹੀਂ ਗਾ? ਜਿਹਨਾਂ ਨੂੰ ਬੁਖਾਰ ਔਰ ਖਾਂਸੀ ਤੋਂ ਜ਼ਿਆਦਾ ਬਿਮਾਰੀ ਹੋ ਜਾਏ ਤਾਂ ਉਹ ਕਿੱਥੇ ਜਾਣਗੇ? ਉਹਦਾ ਇਲਾਜ 5 ਲੱਖ ਤੱਕ ਦਾ ਮੁਫਤ ਇਲਾਜ ਮਿਲਦਾ ਸੀ ਨਾ ਜਨਤਾ ਨੂੰ, ਪੰਜਾਬ ਦੀ ਜਨਤਾ ਨੂੰ। ਇਹ ਇਹਨਾਂ ਨੇ ਉਸ ਤੋਂ ਵਾਂਝਾ ਕੀਤਾ। ਠੀਕ ਹੈ, ਮੈਂ ਅਹਿਬਾਬ ਗਰੇਵਾਲ ਜੀ ਤੋਂ ਜਵਾਬ ਲੈਣਾ। ਗਰੇਵਾਲ ਸਾਹਿਬ ਜੀ। ਸਰ ਮੈਨੂੰ ਗੱਲ ਦੱਸੋ, ਕਿੱਥੋਂ ਵਾਂਝਾ ਕਰਤਾ? ਕਿੱਥੋਂ ਕਿੱਥੇ? ਕੈਂਸਰ ਟ੍ਰੇਨਾਂ ਰਾਜਸਥਾਨ ਨੂੰ ਜਾਂਦੀਆਂ ਸੀ ਸਰ, ਹਲੇ ਵੀ ਜਾਂਦੀਆਂ ਨੇ। ਕਿੱਥੋਂ ਵਾਂਝਾ ਕਰਤਾ? ਕਿਹੜਾ ਆਯੁਸ਼ਮਾਨ ਕਾਰਡ ਕਿਹਨੇ ਰੋਕਤਾ? ਇੰਸ਼ੋਰੈਂਸ ਰਿਨਿਊ ਤਾਂ ਨਹੀਂ ਕੀਤੀ? ਕੋਈ ਅੰਬਾਨੀ ਦੀ ਫਰਮ ਹੈ ਜੀ, ਤੁਹਾਡੇ ਯਾਰ ਨੂੰ ਹੀ ਪੈਸੇ ਦੇਈ ਜਾਈਏ। 20 ਲੱਖ ਕਰੋੜ ਤੁਸੀਂ ਲੁਟਾਤਾ 9 ਸਾਲਾਂ 'ਚ, ਹੁਣ ਹੋਰ ਦੇਣਾ? ਕੀ ਗੱਲਾਂ ਕਰਦੇ ਹੋ ਤੁਸੀਂ? ਕਿਹਨੇ ਰੋਕਿਆ? ਮੇਰੀ ਗੱਲ ਸੁਣੋ ਗੌਰਵ ਜੀ, ਅੰਮ੍ਰਿਤਕਾਲ ਖਤਮ ਹੋਇਆ, ਹਰ ਕਸਬੇ 'ਚ ਮਲਟੀ ਸਪੈਸ਼ਲਿਟੀ ਹਸਪੀਟਲ ਖੁੱਲੇ ਹੋਏ ਆ ਪੰਜਾਬ 'ਚੋਂ ਬਾਹਰ। ਸੋ ਉੱਥੇ ਅਸੀਂ ਮਦਦ ਕਰਾਂਗੇ, ਅਸੀਂ ਬੱਸਾਂ ਵੀ ਲਾ ਦਾਂਗੇ ਕਿ ਜੇ ਜਾਣਾ ਲੋਕਾਂ ਨੇ ਉੱਥੋਂ ਇਲਾਜ ਕਰਾ ਲਓ। ਉਹਨਾਂ ਦਾ ਜਿਹੜੀ ਮੈਂ ਗੱਲ ਸਰੀਨ ਸਾਹਿਬ ਦੀ ਸਮਝ ਪਾਇਆ ਕਿ ਜਿਹੜਾ ਸੈਂਟਰ ਤੋਂ ਪੈਸਾ ਆ ਰਿਹਾ ਸੀ, ਜੇ ਰੁਕਿਆ ਤਾਂ ਲੋਕਾਂ ਤੱਕ ਹੀ ਪਹੁੰਚਣਾ ਸੀ, ਤੁਸੀਂ ਉਸ ਗੱਲ ਤੋਂ ਵਾਂਝਾ ਕਰ ਦਿੱਤਾ ਲੋਕਾਂ ਨੂੰ। ਸਰ ਜੀ, ਪ੍ਰਾਇਮਰੀ ਹੈਲਥ ਲਈ ਪੈਸਾ ਸੀ। ਆਮ ਆਦਮੀ ਕਲੀਨਿਕ ਪ੍ਰਾਇਮਰੀ ਹੈਲਥ, ਸਰੀਨ ਸਾਹਿਬ ਆਪ ਕਹਿ ਰਹੇ ਆ ਕਿ ਖੰਘ, ਛਿੱਕ, ਜ਼ੁਕਾਮ ਟੈਸਟ ਇਹਨਾਂ ਦੇ ਇਲਾਜ ਨੇ। ਸਰੀਨ ਸਾਹਿਬ ਆਪ ਕਹਿ ਰਹੇ ਕਿ ਪ੍ਰੀਵੈਂਟੇਬਲ ਡਿਜ਼ੀਜ਼ ਰੁਕ ਸਕਦੀਆਂ ਨੇ। ਆਮ ਆਦਮੀ ਕਲੀਨਿਕ ਕੀ ਹੈ? ਪ੍ਰਾਇਮਰੀ ਹੈਲਥ ਹੈ ਨਾ ਸਰ। ਅਸੀਂ ਤਾਂ ਕਲੇਮ ਹੀ ਨਹੀਂ ਕਰ ਰਹੇ, ਹਲੇ ਅਸੀਂ ਅੱਗੇ ਪਹੁੰਚੇ ਤੇ ਪ੍ਰਾਇਮਰੀ ਹੈਲਥ ਤੇ ਅਸੀਂ ਪੈਸੇ ਲਾ ਰਹੇ ਹਾਂ, ਤੁਸੀਂ ਰੋਕਤਾ। ਤੁਸੀਂ ਕਿਉਂ ਰੋਕਿਆ? ਕਿਉਂਕਿ ਸ਼ਾਇਦ ਤੁਹਾਨੂੰ ਇਹ ਨਹੀਂ ਪਸੰਦ ਸੀਗਾ ਕਿ ਕਰਤੱਵਯ ਕਾਲ ਜਦੋਂ ਸ਼ੁਰੂ ਹੋ ਜਾਵੇ ਉਦੋਂ ਕਰਤੱਵਯ ਕਾਲ 'ਚ ਸਰਵ ਵਿਆਪੀ ਮੋਦੀ ਜੀ ਹੋਣੇ ਚਾਹੀਦੇ ਆ, ਉਹ ਅਸੀਂ ਕਰਨੇ ਨਹੀਂ ਜੀ। ਠੀਕ ਹੈ ਸਰੀਨ ਸਾਹਿਬ, ਆਪਾਂ ਕਨਕਲੂਡ ਕਰੀਏ, ਥੋੜੀ ਗੱਲ ਲੋਕਾਂ ਨੂੰ ਸਮਝ ਆਵੇ। ਸਰੀਨ ਸਾਹਿਬ ਦੇਖੋ, ਬਾਬ ਸਾਹਿਬ ਬੜੇ ਸਿਆਣੇ ਨੇ, ਗੱਲ ਨੂੰ ਕਿਵੇਂ ਘੁਮਾ ਰਹੇ ਨੇ। ਕਿਆ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਜਿਹੜਾ ਅੱਜ ਦਾ ਵੀ ਪਿੰਡ ਦਾ ਪ੍ਰਾਇਮਰੀ ਹੈਲਥ ਸੈਂਟਰ ਹੈ, ਜਿਹੜੇ ਉੱਥੇ ਟ੍ਰੀਟਮੈਂਟਸ ਹੁੰਦੇ ਨੇ, ਕਿਆ ਇਹ ਮੁਹੱਲਾ ਕਲੀਨਿਕ ਦੇ ਸਕਦੇ ਨੇ? ਦੇ ਰਹੇ ਨੇ।
मेरा तो सिंपल प्रश्न है। अज दे एग्जिस्टिंग प्राइमरी हैल्थ सेंटर ਜਿਹੜੇ ਸਾਡੇ ਹੈਗੇ ਨੇ ਉੱਥੇ ਡਿਲੀਵਰੀ ਹੁੰਦੀ ਹੈ, ਉੱਥੇ ਐਮਰਜੈਂਸੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਉੱਥੇ ਇਮੀਡੀਏਟ ਕੋਈ ਆਪਰੇਸ਼ਨ ਛੋਟਾ ਮੋਟਾ ਕਰਨਾ ਪੈ ਜਾਏ ਉੱਥੇ ਦਿੱਤਾ ਜਾਂਦਾ ਹੈ। ਕਿਆ ਇਹ ਮਹੱਲਾ ਕਲੀਨਿਕ ਕੀਤਾ ਜਾਂਦਾ ਹੈ? ਉਹਨਾਂ ਸਰਵਿਸਿਜ਼ ਨੂੰ ਅਪਗ੍ਰੇਡ ਕਰਨ ਵਾਸਤੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸੀਗਾ। ਇਹ ਦੋ ਚੀਜ਼ਾਂ ਨੇ, ਆਯੁਸ਼ਮਾਨ ਕਾਰਡ ਦਾ ਇੱਕ ਅਲੱਗ ਵਿਸ਼ਾ ਹੈ ਔਰ ਜਿਹੜਾ ਕੇਂਦਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ 'ਚ ਪੈਸਾ 478 ਕਰੋੜ ਆਇਆ ਉਹਨੂੰ ਇਹਨਾਂ ਨੇ ਖੁਰਦ-ਪੁਰਦ ਕਰ ਦਿੱਤਾ, ਉਹ ਇੱਕ ਅਲੱਗ ਵਿਸ਼ਾ ਹੈ ਜੀ। ਜਿੱਥੇ ਜਿਹੜਾ 478 ਕਰੋੜ ਆਇਆ ਔਰ 1200 ਕਰੋੜ ਆਣਾ ਸੀਗਾ ਇਸ ਸਕੀਮ ਦੇ ਤਹਿਤ, ਉਹ ਆਣਾ ਸੀਗਾ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸਾਡੇ ਹੈਗੇ ਨੇ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ। ਠੀਕ ਹੈ, ਉਹਨਾਂ ਦੇ ਵਿੱਚ ਜਿਹੜੇ ਆਲਰੇਡੀ ਐਕਸਰੇ ਦੀਆਂ ਮਸ਼ੀਨਾਂ ਹਨ, ਟੈਸਟਿੰਗ ਮਸ਼ੀਨਾਂ ਹਨ, ਈਸੀਜੀ ਦੀਆਂ ਮਸ਼ੀਨਾਂ ਹਨ। ਕਿਆ ਇਹ ਮਹੱਲਾ ਕਲੀਨਿਕਾਂ 'ਚ ਇਹਨਾਂ ਨੇ ਈਸੀਜੀ ਦੀਆਂ ਮਸ਼ੀਨਾਂ ਲਿਆਂਦੀਆਂ ਨੇ? ਕਿਆ ਇਹ ਮਹੱਲਾ ਕਲੀਨਿਕ ਡਿਲੀਵਰੀ ਕਰ ਰਹੇ ਨੇ? ਕਿਆ ਮਹੱਲਾ ਕਲੀਨਿਕ 'ਚ ਆਪਰੇਸ਼ਨ ਕਰ ਰਹੇ ਨੇ? ਮਜ਼ਾਕ ਬਣਾ ਰਹੇ ਨੇ? ਬੁਖਾਰ ਖਾਂਸੀ ਨੂੰ ਕੰਪੇਅਰ ਕਰ ਰਹੇ ਨੇ ਸੀਰੀਅਸ ਡਿਜ਼ੀਜ਼ ਦੇ ਨਾਲ। ਇਹ ਤੇ ਇਹਨਾਂ ਦੀ ਅਕਲ ਹੈਗੀ ਹੈ ਜੀ। ਦੇਖੋ ਸਾਡੀ ਸਰ ਅਕਲ, ਮੈਂ ਨਾ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ WhatsApp ਯੂਨੀਵਰਸਿਟੀ ਦਾ, ਸਾਡੇ ਪ੍ਰਧਾਨ ਮੰਤਰੀ ਬੋਲਦੇ ਸਾਡੀ ਤਾਂ ਅਕਲ ਛੱਡ ਦਿਓ। ਮਿਜ਼ੋਰਮ में आपकी एयरफोर्स ने बम गिराए, इंडियन एयरफोर्स ने बम गिराए ਜਦੋਂ ਲਾਲ ਟਿੰਗਾ ਨੇ ਅੱਡ ਕੰਟਰੀ ਅਨਾਉਂਸ ਕਰਤੀ। ਛੱਡੋ, ਪ੍ਰਧਾਨ ਮੰਤਰੀ ਜੀ ਵੀ WhatsApp ਯੂਨੀਵਰਸਿਟੀ ਦੇ ਬੋਲਦੇ, ਤੁਸੀਂ ਵੀ ਬੋਲਦੇ ਹੋ, ਛੱਡੋ। ਗੱਲ ਇਹ ਹੈ ਪ੍ਰਾਇਮਰੀ ਹੈਲਥ ਸੈਂਟਰ 'ਚ ਕਿੰਨੀਆਂ ਈਸੀਜੀ ਮਸ਼ੀਨਾਂ ਸੀ ਸਰ? ਗੌਰਵ ਜੀ, ਜੇ ਇੰਨਾ ਪ੍ਰਾਇਮਰੀ ਹੈਲਥ ਕੇਅਰ ਪੰਜਾਬ ਦਾ ਵਧੀਆ ਹੁੰਦਾ ਤਾਂ ਹਰ ਮੋੜ ਤੇ ਪ੍ਰਾਈਵੇਟ ਹਸਪਤਾਲ ਖੁੱਲੇ ਹੁੰਦੇ। ਹਰ ਮੋੜ ਤੇ ਪ੍ਰਾਈਵੇਟ ਹਸਪਤਾਲ ਖੁੱਲੇ ਨੇ, ਹਰ ਮੋੜ ਤੇ ਠੱਗੀ ਵੱਜ ਰਹੀ ਲੋਕਾਂ ਨਾਲ, ਲੋਕਾਂ ਦਾ ਖੂਨ ਚੂਸ ਰਿਹਾ ਲਿਟਰਲੀ। ਤੁਸੀਂ ਸੋਚ ਕੀ ਰੱਖਿਆ ਜੀ? ਤੁਸੀਂ ਸੋਚ ਕੀ ਰਹੇ ਹੋ? ਤੁਸੀਂ ਗੱਲ ਕੀ ਕਰ ਰਹੇ ਹੋ? ਪ੍ਰਾਇਮਰੀ ਹੈਲਥ ਦਾ ਪੈਸੇ, ਪ੍ਰਾਇਮਰੀ ਹੈਲਥ ਦੇ ਪੈਸੇ ਜਾ ਰਹੇ ਗੌਰਵ ਜੀ, ਸਾਰਾ ਕੁਝ ਉਸ ਤਰੀਕੇ ਨਾਲ ਹੋ ਰਿਹਾ। ਠੀਕ ਹੈ, ਚਲੋ ਆਪਾਂ ਇਸ ਡਿਬੇਟ ਨੂੰ ਮੈਂ ਪੁਆਇੰਟ ਦੇ ਉੱਤੇ ਲੈ ਕੇ ਜਾਣਾ ਹੈ। ਇਹ ਅਲੱਗ-ਅਲੱਗ ਤਰੀਕੇ ਨਾਲ ਹੋਰ ਪਾਸੇ ਨਿਕਲ ਗਈ। ਮੈਂ ਗਰੇਵਾਲ ਸਾਹਿਬ ਤੁਹਾਨੂੰ ਸਿੱਧਾ ਪੁੱਛ ਰਿਹਾ ਕਿ ਤੁਸੀਂ ਮੁਹੱਲਾ ਕਲੀਨਿਕਸ ਦੇ ਨਾਲ ਤੁਸੀਂ ਇਹ ਗੱਲ ਮੰਨਦੇ ਹੋ ਕਿ ਬਿਲਕੁਲ ਮੁੱਢਲੇ ਤੌਰ ਦੇ ਉੱਤੇ ਜਿਹੜੀ ਲੋਕਾਂ ਤੱਕ ਮਦਦ ਪਹੁੰਚਣੀ ਚਾਹੀਦੀ ਹੈ ਜਦੋਂ ਕਿਸੇ ਬਿਮਾਰੀ ਦੇ ਨਾਲ ਘਿਰਦੇ ਨੇ ਤਾਂ ਉਹ ਹੈ ਕਿ ਜੇਕਰ ਕਿਸੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਫਿਰ ਉਹ ਮੁਹੱਲਾ ਕਲੀਨਿਕਸ ਦੇ ਵਿੱਚ, ਆਮ ਆਦਮੀ ਕਲੀਨਿਕਸ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਉਸ ਦਾ ਇਲਾਜ ਨਹੀਂ ਹੋਏਗਾ, ਤਾਂ ਫਿਰ ਉਹ ਲੋਕ ਕੀ ਕਰਨਗੇ? ਸਰ ਉਹੀ ਤਾਂ ਗੱਲ ਆ, ਉਹਨਾਂ ਕੋਲ ਉਹਨਾਂ ਨੂੰ ਪੁੱਛਦਾ ਕੌਣ ਸੀ? ਘਰ ਵਿਕਦੇ ਸੀ, ਲੋਕਾਂ ਦੀਆਂ ਦੁਕਾਨਾਂ ਵਿਕਦੀਆਂ ਸੀ, ਘਰ ਉਹਦੇ ਦਾ ਕੰਮ ਤਾਂ ਹੀ ਤਾਂ ਨਹੀਂ। ਪ੍ਰੋਸੈਸ ਦੱਸੋ ਨਾ, ਰੱਬ ਨਾ ਕਰੇ ਕਿਸੇ ਨੂੰ ਇਸ ਤਰੀਕੇ ਦੀ ਗੰਭੀਰ ਬਿਮਾਰੀ ਹੋਵੇ ਤਾਂ ਮੁਹੱਲਾ ਕਲੀਨਿਕ ਜਾਵੇ ਕਿ ਨਾ ਜਾਵੇ? ਕਿ ਜਿਹੜੀ ਕਿਡਨੀ ਨਾਲ ਦਿਲ ਦੀ ਬਿਮਾਰੀ ਹੁੰਦੀ ਹੈ ਜਾਂ ਕੋਈ ਹੋਰ ਬਿਮਾਰੀ ਹੁੰਦੀ ਹੈ, ਮੁਹੱਲਾ ਕਲੀਨਿਕ ਜਾਏ ਕਿ ਨਾ ਜਾਏ? ਜਿੱਥੇ ਸੀ ਮੇਰੀ ਜਾਣਕਾਰੀ ਹੈ, ਸਮਝੋ ਮੁਹੱਲਾ ਕਲੀਨਿਕ ਇੱਕ ਪ੍ਰਾਇਮਰੀ ਹੈਲਥ ਕੇਅਰ ਹੈ, ਠੀਕ ਹੈ। ਉਸ ਤੋਂ ਬਾਅਦ ਟਰਸ਼ਰੀ ਫਿਰ ਹਾਇਰ। ਪੰਜਾਬ ਸਰਕਾਰ ਨੇ ਐਡਾ ਵੱਡਾ ਬਜਟ ਦਾ ਹਿੱਸਾ ਐਜੂਕੇਸ਼ਨ ਤੇ ਹੈਲਥ ਤੇ ਕਿਉਂ ਰੱਖਿਆ? ਇਸੇ ਲਈ ਰੱਖਿਆ ਨਾ ਕਿ ਇਹ ਫੈਸਿਲਿਟੀਜ਼ ਬਣਾਈਏ। ਸਾਡੇ ਕੈਂਸਰ ਟ੍ਰੀਟਮੈਂਟ ਚੱਲਦੀਆਂ ਨੇ, ਸਾਡੇ ਹਰ ਮੋੜ ਤੇ ਪ੍ਰਾਈਵੇਟ ਹਸਪੀਟਲ ਹੈਗੇ, ਹੈ ਨਹੀਂ ਗਾ ਜੀ। देयर इज नो हेल्थ केयर फॉर द पुअर इन पंजाब। जिन्नियां मर्जी ਵੱਡੀਆਂ ਗੱਲਾਂ ਕਰ ਲੈਣ, ਇੰਨੇ 100 ਕਰੋੜ ਆ ਗਏ, ਇੰਨੇ 100 ਕਰੋੜ ਲੋਕਾਂ ਦੇ ਘਰ ਵਿਕ ਜਾਂਦੇ ਨੇ। ਤੁਸੀਂ ਕਰਦੇ ਹੋ ਗੱਲਾਂ। ਗੱਲ ਇਹ ਹੈ, ਅਸੀਂ ਤਾਂ ਕਹਿ ਰਹੇ ਹਾਂ ਪ੍ਰਾਈਵੇਟ ਤੇ ਜਾਨ ਨਿਕਲ ਗਈ, ਤੁਹਾਡੀ ਪ੍ਰਾਈਵੇਟ ਤੇ ਜਾਨ ਨਿਕਲ ਗਈ। ਠੀਕ ਹੈ ਸਰੀਨ ਸਾਹਿਬ, ਠੀਕ ਹੈ, ਗੱਲ ਸਮਝ ਆ ਰਹੀ ਹੈ ਸਰ ਤੁਹਾਡੀ। ਉਮੀਦ ਹੈ ਲੋਕਾਂ ਤੱਕ ਵੀ ਪਹੁੰਚੀ ਹੋਏਗੀ। ਸਰੀਨ ਸਾਹਿਬ, ਗੌਰਵ ਅਹਿਬਾਬ ਸਾਹਿਬ ਨੇ ਬਿਲਕੁਲ ਸੱਚੀ ਗੱਲ ਕੀਤੀ ਹੈ ਕਿ ਲੋਕਾਂ ਦੇ ਘਰ ਵਿਕਦੇ ਨੇ, ਲੋਕਾਂ ਦੀਆਂ ਦੁਕਾਨਾਂ ਵਿਕਦੀਆਂ ਨੇ, ਲੋਕ ਤਬਾਹ ਹੁੰਦੇ ਨੇ ਔਰ ਉਹਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਹੈ। ਜੇ ਕੇਂਦਰ ਸਰਕਾਰ ਨੇ 5 ਲੱਖ ਤੱਕ ਦਾ ਆਯੁਸ਼ਮਾਨ ਵਿੱਚ ਬੀਮਾ ਇੰਸ਼ੋਰੈਂਸ ਦਿੱਤੀ ਹੈ ਕਿ 5 ਲੱਖ ਦਾ ਇਲਾਜ ਮੁਫਤ ਕਰਾ ਲਵੇ ਬੰਦਾ, ਜਿਹੜੇ ਕਹਿ ਰਹੇ ਨੇ ਪ੍ਰਾਈਵੇਟ ਹਸਪੀਟਲ ਖੋਲੇ ਉਹਨਾਂ 'ਚ ਇਲਾਜ ਹੋ ਸਕਦਾ ਸੀਗਾ, ਕਿਆ ਮੈਨੂੰ ਦੱਸਣਗੇ ਇਹ ਪੰਜਾਬ ਅੱਜ ਕਿੱਥੇ ਨੇ ਉਹ ਲੋਕਾਂ ਦਾ ਇਲਾਜ? ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਜਿਹੜੇ ਮੁਹੱਲਾ ਕਲੀਨਿਕ ਦੀ ਵਜ੍ਹਾ ਦੇ ਨਾਲ ਇਹ 5 ਲੱਖ ਵਾਲਾ ਕਾਰਡ ਨਹੀਂ ਚੱਲੇਗਾ। ਕਿਹੜਾ ਕਾਰਡ? ਕਿਹੜਾ ਆਯੁਸ਼ਮਾਨ ਕਾਰਡ ਚੱਲ ਰਹੇ ਨੇ? ਕਿਹਨੇ ਰੋਕ? ਇੱਕ ਕਰਕੇ ਸਰ ਲੋਕਾਂ ਨੂੰ ਬਹੁਤ ਸੀਰੀਅਸ ਇਸ਼ੂ ਹੈ ਸਰ। ਆਪਾਂ ਸਾਰੇ ਸਮਝਦੇ ਹਾਂ ਕਿ ਜੇ ਘਰ ਦੇ ਵਿੱਚ ਕੋਈ ਬਿਮਾਰੀ ਆ ਜਾਏ ਨਾ ਫਿਰ ਨੀਂਦਾਂ ਉੱਡ ਜਾਂਦੀਆਂ, ਲੋਕਾਂ ਦੇ ਘਰ ਵਿਕ ਜਾਂਦੇ ਆ। ਇਸ ਕਰਕੇ ਬਹੁਤ ਸੀਰੀਅਸ ਇਸ਼ੂ ਹੈ। ਇੱਕ ਕਰਕੇ ਗੱਲ ਰੱਖਦੇ ਰਹੋ ਜੀ। ਆਪਣੇ ਕੋਲ ਟਾਈਮ ਹੈ, ਮੈਂ ਵੈਸੇ ਕੰਕਲੂਡ ਕਰ ਰਿਹਾ ਸੀ ਇਸ ਨੂੰ। ਜੇਕਰ ਹੋਰ ਕੋਈ ਅਹਿਮ ਪੁਆਇੰਟ ਹੋਏਗਾ ਤਾਂ ਆਪਾਂ ਉਹ ਪੁਆਇੰਟ ਤੋਂ ਬਾਅਦ ਹੀ ਇਸ ਗੱਲ ਨੂੰ ਕੰਕਲੂਡ ਕਰਾਂਗੇ। ਸਰੀਨ ਸਾਹਿਬ, ਜਸਟ ਗਿਵ ਮੀ 1 ਮਿੰਟ। ਜੀ ਜੀ ਸਰੀਨ ਸਾਹਿਬ, ਅਹਿਬਾਬ ਸਾਹਿਬ ਨੂੰ ਮੈਂ ਪੁੱਛਦਾ, ਤੁਸੀਂ ਐਮਰਜੈਂਸੀ ਸਰਵਿਸ ਤੋਂ ਡਾਕਟਰ ਚੱਕ ਕੇ ਇੱਥੇ ਲੈ ਆਉਂਦੇ ਸੀਗੇ? ਕਿਆ ਉੱਥੇ ਐਮਰਜੈਂਸੀ ਇਫੈਕਟ ਨਹੀਂ ਹੋਈਆਂ? ਤੁਸੀਂ ਕਹਿੰਦੇ ਹੋ ਕਿ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਪੰਜਾਬ ਦਾ ਸਿਹਤ ਸਿਸਟਮ ਠੀਕ ਨਹੀਂ ਹੋ ਸਕਿਆ। ਉਸੇ ਸਿਹਤ ਸਿਸਟਮ ਨੂੰ ਠੀਕ ਕਰਨ ਵਾਸਤੇ ਤਾਂ ਤੁਹਾਨੂੰ 1200 ਕਰੋੜ ਰੁਪਏ ਕੇਂਦਰ ਸਰਕਾਰ ਦੇ ਰਹੀ ਸੀਗੀ ਕਿ ਜਾ ਕੇ ਹੈਲਥ ਸਿਸਟਮ ਨੂੰ ਠੀਕ ਕਰੋ ਪੰਜਾਬ ਦਾ। ਤੁਸੀਂ ਉਹਦਾ ਪੈਸਾ ਡਿਵਰਟ ਕਰਕੇ ਆਪਣੇ ਮਸ਼ਹੂਰੀਆਂ ਤੇ ਲਾਓ। ਤੁਸੀਂ ਗੱਲ ਸੁਣੋ, ਸਿਆਣੇ ਬੰਦੇ ਹੋ, ਵਿੱਚ ਨਹੀਂ ਬੋਲੀ ਦਾ, ਤੁਸੀਂ ਸਿਆਣੇ ਬੰਦੇ ਹੋ। ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ, ਤੁਸੀਂ ਬੋਲੇ ਹੁਣ ਸੁਣਨ ਦੀ ਹਿੰਮਤ ਹੀ ਰੱਖ ਲਓ ਨਾ।
ਹੁਣ ਸੁਣਨ ਦੀ ਹਿੰਮਤ ਰੱਖੋ ਸੱਚਾਈ ਠੀਕ ਹੈ, ਨੂੰ। ਗੱਲ ਕੰਪਲੀਟ ਕਰ ਲਓ ਸਕਰੀਨ ਸਾਹਿਬ, ਤੁਸੀਂ ਆਪਾਂ ਜਵਾਬ ਲਵਾਂਗੇ ਗਰੇਵਾਲ ਜੀ। ਬੋਲੋ ਬਾਜੀ, ਅਹਿਬਾਬ ਜੀ ਥੋੜਾ ਵੇਟ ਕਰੋ, ਮੈਂ ਆ ਰਿਹਾ ਸਾਰੇ ਪ੍ਰਾਇਮਰੀ ਹੈਲਥ ਸੈਂਟਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਜੇ ਕੇਂਦਰ ਵੱਲੋਂ ਪੈਸਾ ਆਇਆ ਤੁਸੀਂ ਉਹ ਵੀ ਉੱਥੇ ਨਹੀਂ ਲਗਾਇਆ। ਔਰ ਫਿਰ ਮੈਂ ਫਿਰ ਕਹਿ ਰਿਹਾ, ਤੁਸੀਂ ਕਹਿੰਦੇ ਲੋਕਾਂ ਦੀ, ਮੈਂ ਕਹਿੰਦਾ ਬਾਕੀ ਘਰ ਵਿਕ ਰਹੇ ਤੁਹਾਡੇ ਰਾਜ ਦੇ ਵਿੱਚ। ਤੁਸੀਂ 5 ਲੱਖ ਦਾ ਹੈਲਥ ਦਾ ਬੀਮਾ ਬੰਦ ਕਰਕੇ ਲੋਕਾਂ ਨੂੰ ਤਬਾਹ ਕਰਕੇ ਰੱਖ ਦਿੱਤਾ। ਤੁਸੀਂ ਲੋਕਾਂ ਨਾਲ ਖਿਲਵਾੜ ਕੀਤਾ, ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਠੀਕ ਹੈ ਗਰੇਵਾਲ ਜੀ, ਹੈਲਥ ਸੈਂਟਰਸ ਖੋਲ ਸਕਦੇ ਸੀਗੇ, ਠੀਕ ਹੈ, ਮੈਂ ਸਮਝ ਰਿਹਾ ਤੁਹਾਡੀ ਗੱਲ। ਮੈਂ ਤੁਹਾਡੇ ਕੋਲ ਸਵਾਲ ਲੈ ਕੇ ਆਉਂਗਾ। ਅਹਿਬਾਬ ਗਰੇਵਾਲ, ਮੇਰਾ ਓਪਨ ਚੈਲੰਜ ਹੈ, ਇੱਕ ਆਯੁਸ਼ਮਾਨ ਕਾਰਡ ਪੰਜਾਬ 'ਚ ਬੰਦ ਹੋਇਆ ਹੋਇਆ ਸਕਰੀਨ ਸਾਹਿਬ ਦਿਖਾ ਦੇਣ। ਵੈਸੇ ਚੈਲੰਜ ਐਕਸੈਪਟ ਨਹੀਂ ਕਰਦੇ, ਛੱਡੋ ਚਲੋ ਪਹਿਲੀ ਗੱਲ। ਅਰੇ ਰੁਕੋ ਬਾਜੀ, ਰੁਕੋ ਹੁਣ ਸੁਣ ਲਓ ਸਕਰੀਨ ਸਾਹਿਬ, ਹੁਣ ਮੇਰੀ ਵੀ ਸੁਣ ਲਓ। ਤੁਸੀਂ ਬਹੁਤ ਸਿਆਣੇ ਹੋ, ਮੇਰੀ ਵੀ ਸੁਣ ਲਓ। ਅਸੀਂ ਹੈਲਥ ਮਿਸ਼ਨ ਦਾ ਪੈਸਾ ਖਾ ਕੇ ਅਸੀਂ ਫਲਾਣਾ ਕਰਤਾ, ਅਸੀਂ ਰੁਪਈਏ ਦਾ ਹਿਸਾਬ ਦੇ ਰਹੇ ਹਾਂ। ਪ੍ਰਾਇਮਰੀ ਹੈਲਥ ਲਈ ਪੈਸਾ ਆ ਰਿਹਾ, ਅਸੀਂ ਰੁਪਈਆ ਪ੍ਰਾਇਮਰੀ ਹੈਲਥ ਤੇ ਲਾ ਰਹੇ ਹਾਂ। ਅਸੀਂ ਟੈਸਟ ਦੱਸ ਰਹੇ, ਅਸੀਂ ਕਹਿ ਰਹੇ ਕਿ 15% ਪੰਜਾਬ ਦੀ ਆਬਾਦੀ ਟੈਸਟ ਕਰਾ ਗਈ। ਆਲਮੋਸਟ 300 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦਾ ਬਚ ਗਿਆ। ਚਲੋ ਕੋਈ ਗੱਲ ਨਹੀਂ, ਉਹ ਤੁਹਾਨੂੰ ਉਹ ਨਹੀਂ ਸਮਝ ਆਉਂਦੀ। ਅਸੀਂ ਕਹਿ ਰਹੇ ਕਿ ਪੰਜਾਬ ਇੱਕ ਹੈਲਥ ਕੇਅਰ ਕ੍ਰਾਈਸਿਸ ਚੋਂ ਨਿਕਲ ਰਿਹਾ, ਬਿਲਕੁਲ ਨਿਕਲ ਰਿਹਾ। ਅਸੀਂ ਕਹਿ ਰਹੇ ਕਿ ਪ੍ਰਾਈਵੇਟ ਇਲਾਜ ਰੱਬ ਨਾ ਕਰੇ ਕਿਸੇ ਤੇ ਮਾੜਾ ਵੇਲਾ ਆਵੇ, ਮੇਰੇ ਟੱਬਰ ਤੇ ਆਇਆ ਹੋਇਆ, ਮੈਨੂੰ ਪਤਾ।